ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਹੁੰਦੇ ਨੇ ਉਹ ਤੇ ਮੋੜ ਕੱਟਣ ਲੱਗੇ ਮਿੰਟ ਨਹੀਂ ਲਾਉਂਦੇ ਤੇ ਪੈਂਤੜਾ ਬਦਲਣਾ ਹੋਵੇ ਤੇ ਨਾਲਦਿਆਂ ਨੂੰ ਪਤਾ ਨਹੀਂ ਹੁੰਦਾ ਕਿ ਅੱਜ ਕੀ ਹੋਣ ਵਾਲਾ ਹੈ। ਅਕਾਲੀ ਦਲ ਦੀਆਂ ਨਜ਼ਰਾਂ ਦੇ ਵਿੱਚ ਭਾਜਪਾ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਛੋਟੇ ਭਰਾ ਵਜੋਂ ਹੀ ਰਹੀ, ਪਰ ਉਹ ਗੱਲਾਂ ਉਹ ਜਿਹੜੀਆਂ 2-3 ਦਿਨ ਦੀਆਂ ਕੀਤੀਆਂ ਹੋਈਆਂ ਅਕਾਲੀ ਦਲ ਨੂੰ ਇੰਨੀਆਂ ਪੁੱਠੀਆਂ ਪਈਆਂ ਅੱਜ ਤੱਕ ਵੀ ਉਹਨਾਂ ਦੇ ਜਵਾਬ ਦੇਣੇ ਔਖੇ ਹੋਏ ਪਏ। ਕੁਝ ਲੋਕ ਇਹ ਕਹਿੰਦੇ ਨੇ ਕਿ ਭਾਜਪਾ ਨੇ ਇਹਨਾਂ ਨਾਲੋਂ ਨਾਤਾ ਤੋੜ ਲਿਆ, ਇਹ ਸੱਚ ਨਹੀਂ ਹੈ। ਅਕਾਲੀ ਦਲ ਨੇ ਹੀ ਨਾਤਾ ਤੋੜਿਆ। ਸਾਰੇ ਬਿਆਨਾਂ ਦੇ ਵਿੱਚੋਂ ਜੇ ਕਿਸੇ ਦੇ ਬਿਆਨ ਦੀ ਅਹਿਮੀਅਤ ਹੈ ਤਾਂ ਸਿਰਫ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਹੈ। ਜੇਪੀ ਨੱਡਾ ਕੀ ਕਹਿ ਰਹੇ ਨੇ, ਦੁਸ਼ਯੰਤ ਗੌਤਮ ਕੀ ਕਹਿ ਰਹੇ ਨੇ, ਅਸ਼ਵਨੀ ਸ਼ਰਮਾ ਕੀ ਕਹਿ ਰਹੇ ਨੇ, ਇਸ ਸਭ ਕੁਝ ਤੇ ਮਿੱਟੀ ਫਿਰ ਜਾਂਦੀ ਹੈ ਜਦੋਂ ਕੇਂਦਰੀ ਭਾਜਪਾ ਦੀ ਕਮਾਨ ਕਹਿ ਦੇਵੇ ਕਿ ਨਹੀਂ ਭਾਈ ਤੁਸੀਂ ਚੁੱਪ ਰਹੋ, ਜੋ ਅਸੀਂ ਕਰਨਾ ਹੈ ਉਹ ਅੰਦਰ ਖਾਤੇ ਜਿਹੜੀ ਗੱਲ ਹੋਵੇਗੀ ਤੇ ਫਿਰ ਫੈਸਲਾ ਹੋਵੇਗਾ। ਜਿਹੜਾ ਅਕਾਲੀ ਭਾਜਪਾ ਗੱਠਜੋੜ ਜਿਹੜਾ 9 ਮਾਸ ਦਾ ਰਿਸ਼ਤਾ ਸੀ ਉਹ ਟੁੱਟ ਗਿਆ ਸੀ ਖੇਤੀ ਕਾਨੂੰਨਾਂ ਕਰਕੇ। ਟੁੱਟ ਗਿਆ ਸੀ ਜਾਂ ਤੋੜਨਾ ਪਿਆ ਸੀ ਮਜਬੂਰੀ 'ਚ, ਇਹ ਤਾਂ ਉਹੀ ਜਾਣਨ। ਪਰ ਹੁਣ ਬਹੁਤ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਸ਼ਾਇਦ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਦੇ ਐਲਾਨ ਤੋਂ ਬਾਅਦ ਇਹ ਗੱਠਜੋੜ ਦੁਬਾਰਾ ਸੰਭਵ ਹੋ ਸਕੇ। ਕੀ ਕਹਿਣਾ ਚਾਹੋਗੇ? ਤੁਸੀਂ 9 ਮਾਸ ਦੇ ਰਿਸ਼ਤੇ ਦੀ ਗੱਲ ਕੀਤੀ ਹੈ ਜੀ। 9 ਮਾਸ ਦਾ ਰਿਸ਼ਤਾ ਦੋ ਭਾਈਆਂ ਵਿਚਕਾਰ ਹੋ ਸਕਦਾ, ਭੈਣ ਭਰਾਵਾਂ ਵਿਚਕਾਰ ਹੋ ਸਕਦਾ ਹੈ, ਭਾਈਚਾਰਿਆਂ ਵਿਚਕਾਰ ਹੋ ਸਕਦਾ ਹੈ, ਬਿਲਕੁਲ ਦੋ ਵੱਖੋ ਵੱਖ ਧਰਮ ਦੇ ਲੋਕਾਂ ਦੇ ਵਿਚਕਾਰ ਹੋ ਸਕਦਾ ਹੈ। ਇਹ ਤੇ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇ ਤੇ ਜਿਹੜੇ ਆਗੂ ਹੁੰਦੇ ਨੇ ਉਹ ਤੇ ਮੋੜ ਕੱਟਣ ਲੱਗੇ ਮਿੰਟ ਨਹੀਂ ਲਾਉਂਦੇ। ਬਿਲਕੁਲ। ਤੇ ਪੈਂਤੜਾ ਬਦਲਣਾ ਹੋਵੇ ਤੇ ਨਾਲਦਿਆਂ ਨੂੰ ਪਤਾ ਨਹੀਂ ਹੁੰਦਾ ਕਿ ਅੱਜ ਕੀ ਹੋਣ ਵਾਲਾ ਹੈ, ਸਵੇਰ ਨੂੰ ਕੰਮ ਹੋ ਜਾਂਦਾ ਹੈ। ਇੱਥੇ ਓਪਰਚੁਨਿਜ਼ਮ ਜਿਹੜਾ ਹੈ, ਮੌਕਾ ਪ੍ਰਸਤੀ ਜਿਹੜੀ ਹੈ, ਸਾਰਾ ਖੇਲ ਉਸੇ ਦਾ ਹੁੰਦਾ ਹੈ ਜੀ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 9 ਮਾਸ ਦਾ ਰਿਸ਼ਤਾ ਇਸ ਨੂੰ ਆਖਿਆ ਜਾਂਦਾ ਸੀ, ਇਹ ਬਣਿਆ ਕਿਵੇਂ? ਅਸਲ ਵਿੱਚ ਕਾਂਗਰਸ ਤੇ ਅਕਾਲੀ ਦਲ ਦੋ ਵੱਖ-ਵੱਖ ਦਿਸ਼ਾਵਾਂ ਦੇ ਪਹਿਲੂ ਰਹੇ ਨੇ ਜੀ। ਪੰਜਾਬ ਦੀ ਜੇ ਖਾਸ ਗੱਲ ਕਰੀਏ, ਪੁਰਾਣੇ ਸਮੇਂ ਵਿੱਚ ਥੋੜੀ ਬਹੁਤੀ ਸਾਂਝ ਸੀ, ਪਰ ਉਸ ਤੋਂ ਬਾਅਦ ਇਹੋ ਹੀ ਹਾਲ ਰਿਹਾ ਜ਼ਿਆਦਾ ਕਰਕੇ ਜੀ। ਫਿਰ ਅਕਾਲੀ ਦਲ ਕੋਲ ਜਿਹੜੀ ਸੀ ਜਾਂ ਇਸ ਤਰ੍ਹਾਂ ਦੇ ਜਿਹੜੇ ਬਾਕੀ ਦਲ ਸੀ ਉਹਨਾਂ ਕੋਲ ਆਪਸ਼ਨ ਕੀ ਬਚਦੀ ਸੀ ਕਿ ਜੋ ਐਂਟੀ ਕਾਂਗਰਸ ਗਰੁੱਪ ਹੈ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਭਿਆਲੀ ਜਾਂ ਸਾਂਝ ਪਾਈ ਜਾਵੇ ਜੀ। ਜਿਨ੍ਹਾਂ ਵਿੱਚੋਂ ਜਨ ਸੰਘ ਦੀ ਵਾਰੀ ਆ ਗਈ। ਜਨ ਸੰਘ ਦੀ ਸਰਕਾਰ ਨੂੰ ਸਪੋਰਟ ਕੀਤਾ ਅਕਾਲੀਆਂ ਨੇ ਜੀ, ਤੇ ਜਨ ਸੰਘ ਦੇ ਨਾਲ ਸਾਂਝ ਪਾਈ। ਜਨ ਸੰਘ ਜੋ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਨਾਮ ਸੀ ਜੀ, ਜੋ ਉਸ ਖਿਆਲ ਵਾਲੀਆਂ ਪਾਰਟੀਆਂ ਜਦੋਂ ਉਹਨਾਂ ਨੇ ਜਨ ਸੰਘ ਬਣਾਇਆ ਸੀ ਤੇ ਸਰਕਾਰ ਬਣੀ ਸੀ ਜੀ। ਫਿਰ ਸਮਾਂ ਆਇਆ, ਪੰਜਾਬ ਵਿੱਚ ਹਾਲਾਤ ਵਿਗੜੇ, ਸਭ ਕੁਝ ਵਿਗੜ ਗਿਆ। ਪੰਜਾਬ ਵਿੱਚ ਲੰਬਾ ਸਮਾਂ ਰਾਸ਼ਟਰਪਤੀ ਰਾਜ ਲਾਗੂ ਰਿਹਾ, ਸਭ ਨੂੰ ਪਤਾ ਹੈ। ਫਿਰ ਉਹ ਚੋਣਾਂ ਹੀ ਨਹੀਂ ਹੋਈਆਂ ਤੇ ਇਲੈਕਸ਼ਨਾਂ ਹੀ ਨਾ ਹੋਈਆਂ ਤੇ ਫਿਰ ਇੱਥੇ ਹੋਣਾ ਕੀ ਸੀ ਹੋਰ। ਬਿਲਕੁਲ। ਚਲੋ ਸਮਾਂ ਚੱਲਦਾ ਗਿਆ। ਫਿਰ ਅਕਾਲੀ ਦਲ ਨੇ ਇੱਕ ਵਾਰੀ ਕਾਂਗਰਸ ਨੂੰ ਥੱਲੇ ਲਾਉਣ ਲਈ ਬਹੁਜਨ ਸਮਾਜ ਪਾਰਟੀ ਦੇ ਨਾਲ ਅਲਾਇੰਸ ਕੀਤਾ ਜੀ। ਅਲਾਇੰਸ ਥੋੜਾ ਸਮਾਂ ਰਿਹਾ, ਇੱਕ ਇਲੈਕਸ਼ਨ ਵੀ ਲੋਕ ਸਭਾ ਦੀ ਜਿਹੜੀ ਸਾਂਝੀ ਲੜੀ ਗਈ ਸੀ। ਉਹਨਾਂ ਉਸ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ, ਜਿਸ ਨੂੰ DS4 ਵੀ ਆਖਿਆ ਜਾਂਦਾ ਸੀ, ਇਹ ਆਪਣਾ ਆਧਾਰ ਕਿਸੇ ਹੱਦ ਤੱਕ ਜਦੋਂ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਹੋ ਚੁੱਕਾ ਸੀ ਉਦੋਂ ਬਣਾ ਚੁੱਕੇ ਸਨ। ਲੋਕਾਂ ਦੇ ਵਿੱਚ ਜਾਣਕਾਰੀ ਹੋ ਗਈ ਸੀ ਕਿ ਹਾਥੀ ਚੋਣ ਨਿਸ਼ਾਨ ਹੈ ਤੇ ਆਹ ਪਾਰਟੀਆਂ ਨੇ ਤੇ ਇਸ ਭਾਈਚਾਰੇ ਦੀ ਉਹ ਗੱਲ ਕਰਦੀਆਂ ਨੇ। ਯੂਪੀ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਉਭਾਰ ਸੀ ਜੀ। ਫਿਰ ਬਹੁਜਨ ਸਮਾਜ ਪਾਰਟੀ ਦੇ ਨਾਲ ਥੋੜੀ ਭਿਆਲੀ ਅਕਾਲੀ ਦਲ ਨੇ ਪਾ ਲਈ। ਉਹ ਪਾਈ ਤੇ ਬਾਬੂ ਕਾਂਸ਼ੀ ਰਾਮ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ। ਪੂਰੇ ਭਾਰਤ ਦੀ ਬਹੁਜਨ ਸਮਾਜ ਪਾਰਟੀ ਦੇ ਵੱਡੇ ਆਗੂ ਸਨ ਤੇ ਅੱਜ ਵੀ ਉਹਨਾਂ ਦੀ ਮੌਤ ਤੋਂ ਬਾਅਦ ਵੀ ਵੱਡੇ ਆਗੂਆਂ ਦੇ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ ਜੀ। ਸੋ ਇੱਕ ਵੱਡੀ ਇੱਕ ਸਾਂਝ ਸੀ। ਕਈ ਹੋਰ MP ਵੀ ਜਿੱਤੇ ਸਾਂਝ ਨਾਲ। ਪਰ ਉਸ ਤੋਂ ਬਾਅਦ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਦੇ ਵਿੱਚ ਕੇਂਦਰ ਦੇ ਵਿੱਚ ਰਾਸ਼ਟਰਪਤੀ ਵੱਲੋਂ ਸੱਦਾ ਮਿਲਦਾ ਹੈ ਭਾਜਪਾ ਨੂੰ ਕਿ ਤੁਸੀਂ ਸਰਕਾਰ ਬਣਾਓ, ਤੇ ਉਹਨਾਂ ਦੀਆਂ ਸੀਟਾਂ ਪੂਰੀਆਂ ਨਹੀਂ ਹੁੰਦੀਆਂ, ਕੁਝ ਸੀਟਾਂ ਘਟ ਜਾਂਦੀਆਂ ਨੇ ਤੇ ਉਹਨਾਂ ਨੂੰ ਕੁਝ ਦਿਨ ਉਹਨਾਂ ਦੀ ਸਰਕਾਰ ਰਹਿੰਦੀ ਹੈ ਅਟਲ ਬਿਹਾਰੀ ਵਾਜਪੇਈ ਦੀ, ਤੇ ਕੋਈ ਵੀ ਪਾਰਟੀ ਉਹਨਾਂ ਨੂੰ ਸਪੋਰਟ ਨਹੀਂ ਕਰਦੀ ਸਿਵਾਏ ਅਕਾਲੀ ਦਲ ਦੇ। ਅਕਾਲੀ ਦਲ ਨੇ ਉਦੋਂ ਆਖਿਆ ਕਿ ਇਹਨਾਂ ਨੇ ਕਾਂਗਰਸ ਨੂੰ ਮਾਤ ਪਾਈ ਹੈ ਤੇ ਇਹਨਾਂ ਦਾ ਉਭਾਰ ਹੋਇਆ ਕੇਂਦਰੀ ਪੱਧਰ ਤੇ, ਅਸੀਂ ਭਾਜਪਾ ਦੀ ਮਦਦ ਕਰਦੇ ਹਾਂ ਤੇ ਪੁਰਾਣੀ ਸਾਂਝ ਸਾਡੀ 9 ਮਾਸ ਦਾ ਰਿਸ਼ਤਾ ਅਸੀਂ ਦੁਬਾਰਾ ਇਸ ਨੂੰ ਬਹਾਲ ਕਰਦੇ ਹਾਂ। ਉਹ ਪਹਿਲੀ ਵਾਰੀ ਟੁੱਟਾ ਨਹੀਂ ਸੀ, ਇੱਕ ਕਿਸਮ ਦਾ ਉਹ ਇੱਕ ਜਿਵੇਂ ਕਹਿੰਦੇ ਨੇ ਕਿ ਐਕਸਪਾਇਰੀ ਡੇਟ ਆ ਗਈ ਸੀ ਤੇ ਉਹ ਕੰਮ ਹੋਇਆ ਸੀ ਤੇ ਹੁਣ ਦੁਬਾਰਾ ਉਹ ਬਹਾਲ ਕਰ ਲਿਆ ਗਿਆ। ਇਹ ਮੈਂ ਇਤਿਹਾਸ ਸੁਣਾਇਆ ਜੀ। ਉਸ ਤੋਂ ਬਾਅਦ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਕਿਵੇਂ ਇੱਕ ਦੂਸਰੇ ਦੇ ਨਾਲ ਚੱਲੇ ਨੇ। ਉਹ ਕਈ ਵਾਰੀ ਉਸ ਦੇ ਵਿੱਚ ਤਲਖ ਕਲਾਮੀਆਂ ਵੀ ਹੋਈਆਂ। ਨਵਜੋਤ ਸਿੰਘ ਸਿੱਧੂ ਭਾਜਪਾ ਵਿੱਚ ਆ ਗਏ,
ਅਕਾਲੀ ਦਲ ਨਾਲ ਉਹਨਾਂ ਦੀ ਸੁਰਨਾ ਰਲੀ, ਹੋਰ ਵੀ ਕਈ ਆਗੂ ਜਿਨ੍ਹਾਂ ਨੂੰ ਡਿਪਟੀ ਜਿਹੜਾ ਸੀ CM ਦਾ ਅਹੁਦਾ ਜਿਹੜਾ ਸੀ ਪੰਜਾਬ ਦੇ ਵਿੱਚ ਮਿਲ ਗਿਆ, ਪਰ ਅਕਾਲੀ ਦਲ ਦੀਆਂ ਨਜ਼ਰਾਂ ਦੇ ਵਿੱਚ ਭਾਜਪਾ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਛੋਟੇ ਭਰਾ ਵਜੋਂ ਹੀ ਰਹੀ। ਤੇ ਭਾਜਪਾ ਨੂੰ ਵੀ ਇਸ ਗੱਲ ਦਾ ਭਲੀ ਭਾਂਤ ਪਤਾ ਸੀ ਕਿ ਜੇ ਅਸੀਂ ਕੱਲ ਨੂੰ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਪੈਰ ਜਮਾਉਣੇ ਨੇ ਤੇ ਸਾਨੂੰ ਸਿੱਖ ਚਿਹਰਾ ਜਾਂ ਸਿੱਖ ਮਾਈਂਡਡ ਪਾਰਟੀਆਂ ਦੇ ਨਾਲ ਸਾਂਝ ਬਣਾ ਕੇ ਰੱਖਣੀ ਪੈਗੀ। ਉਹ ਰੱਖੀ ਛੱਡੀ ਉਹਨਾਂ ਨੇ ਜੀ। ਅੰਦਰੋਂ ਅੰਦਰੀ ਖਿੱਚਦੇ ਵੀ ਰਹੇ ਸਥਾਨਕ ਆਗੂ ਕਿ ਦੇਖੋ ਸਾਡੇ ਨਾਲ ਧੱਕਾ ਹੁੰਦਾ, ਸਾਡੀ ਗੱਲ ਸੁਣੀ ਨਹੀਂ ਜਾਂਦੀ, ਭਾਵੇਂ ਕਿ ਸਾਨੂੰ ਮੰਤਰੀ ਮੰਡਲ ਦੇ ਅਹੁਦੇ ਦਿੱਤੇ ਹੋਏ ਨੇ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ, ਪਰ ਅਸਲ ਵਿੱਚ ਜਿੰਨੀ ਪੁੱਛ ਪੜਤਾਲ ਅਕਾਲੀ ਦਲ ਦੇ MLA ਦੀ ਹੈ, ਸਾਡੇ ਮੰਤਰੀ ਦੀ ਵੀ ਉਨੀ ਪੁੱਛ ਪੜਤਾਲ ਨਹੀਂ ਹੁੰਦੀ। ਇਹ ਗੱਲ ਸੀ, ਪੱਕੀ ਗੱਲ ਸੀ। ਪਰ ਫਿਰ ਸਮਾਂ ਚਲੋ ਲੰਘਦਾ ਗਿਆ, ਨਰਿੰਦਰ ਮੋਦੀ ਦੀ ਸਰਕਾਰ ਬਣ ਗਈ ਤੇ ਸੁਖਬੀਰ ਬਾਦਲ ਹੁਣੀ ਕਹਿਣ ਲੱਗੇ ਜੇ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਹੋਵੇਗੀ ਤੇ ਨਰਮੇ ਦੀਆਂ ਪੰਡਾਂ ਤੁਸੀਂ ਦੇਖੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਰੂਹ ਭਰਿਆ ਹੁੰਦਾ ਹੈ, ਤੇ ਉਹ ਤੇ ਪੰਡਾਂ ਕੁਝ ਵੀ ਨਹੀਂ, ਅਸੀਂ ਨੋਟਾਂ ਦੀਆਂ ਇੰਨੀਆਂ ਵੱਡੀਆਂ ਪੰਡਾਂ ਲੈ ਕੇ ਆਵਾਂਗੇ, ਜੇ ਕੇਂਦਰ ਟਰੱਕ ਭਰ ਕੇ ਲੈ ਕੇ ਆਵਾਂਗੇ ਤੇ ਇਦਾਂ ਦੀਆਂ ਸੜਕਾਂ ਬਣਾਵਾਂਗੇ, ਭਾਵੇਂ ਬੰਬ ਸੁੱਟ ਦਿਓ ਉਹ ਟੁੱਟਣਗੀਆਂ ਨਹੀਂ। ਖੈਰ ਉਹ ਪਤਾ ਨਹੀਂ ਕੀ ਆਇਆ, ਪਰ ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਬਣਦੀ ਹੈ ਤੇ ਇਹ ਸਾਂਝ ਖੂਬ ਨਿਭੀ ਹੈ ਤੇ ਕੇਂਦਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਭਾਵੇਂ ਸਰਕਾਰ ਉਹਨਾਂ ਦੀ ਖਤਮ ਹੋ ਗਈ ਸੀ ਅਕਾਲੀ ਦਲ ਦੀ, ਪਰ ਕੇਂਦਰ ਦੇ ਵਿੱਚ ਉਹ ਜਿਹੜਾ ਸੀ ਉਹਨਾਂ ਦੀ ਇੱਕ ਸਰਕਾਰ ਸੀ ਤੇ ਉਹਨਾਂ ਕੋਲ ਅਹੁਦੇ ਵੀ ਸੀ ਤੇ ਉਹ ਇੱਕ ਨਿੱਘ ਜਿਹੜਾ ਰਾਜ ਸੱਤਾ ਦਾ ਜਿਹੜਾ ਇੱਕ ਸੁੱਖ ਹੁੰਦਾ ਹੈ ਉਹ ਮਾਣਦੇ ਰਹੇ ਤੇ ਭੋਗਦੇ ਰਹੇ। ਫਿਰ ਆ ਗਿਆ ਕਿਸਾਨ ਕਾਨੂੰਨ, ਖੇਤੀ ਕਾਨੂੰਨ ਆ ਗਏ। ਖੇਤੀ ਕਾਨੂੰਨ ਆਉਂਦੇ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਜਦੋਂ ਉਹਨਾਂ ਦਾ ਰੌਲਾ ਪੈਂਦਾ ਹੈ, ਜਿਹੜੇ ਵੱਡੇ ਆਗੂ ਨੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਵਰਗੇ, ਜਦੋਂ ਉਹ ਬੋਲਣਾ ਉਹਨਾਂ ਨੇ ਸ਼ੁਰੂ ਕੀਤਾ ਲੋਕਾਂ ਨੇ ਵੀ ਦੇਖੋ ਇਹ ਹੱਕ ਖੋਏ ਜਾ ਰਹੇ ਨੇ, ਇਹ ਕੀ ਹੋ ਰਿਹਾ। ਉਹ ਬੜੇ ਲੰਬੇ ਸਮੇਂ ਤੋਂ ਰੌਲਾ ਪਾ ਰਹੇ ਸੀ ਕਾਰਪੋਰੇਟ ਆ ਰਹੇ ਨੇ, ਪਰ ਇਹ ਕਾਨੂੰਨ ਆ ਗਿਆ ਰਾਤੋਂ ਰਾਤ, ਕਿਸੇ ਨੂੰ ਬੁਲਾਇਆ ਨਹੀਂ, ਕਿਸਾਨ ਆਗੂਆਂ ਨਾਲ ਗੱਲ ਨਾ ਹੋਈ, ਸਭ ਕੁਝ ਜਿਹੜਾ ਸੀ ਰਾਤੋਂ ਰਾਤ ਕਰ ਦਿੱਤਾ ਗਿਆ। ਮੈਜੋਰਿਟੀ ਆ ਲੋਕ ਸਭਾ ਦੇ ਵਿੱਚ ਤੇ ਸਾਰੇ ਬਿੱਲ ਮਿੰਟੋ ਮਿੰਟੀ ਪਾਸ ਕਰਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੇ ਗਏ ਤੇ ਅਕਾਲੀ ਦਲ ਵਾਲਿਆਂ ਵੀ ਉੱਤੇ ਮੋਹਰਾਂ ਲਾ ਦਿੱਤੀਆਂ। ਰਾਜ ਸਭਾ ਵਿੱਚ ਵੀ ਜ਼ੁਬਾਨੀ ਵੋਟਾਂ ਦੇ ਨਾਲ ਹੀ ਇਸ ਨੂੰ ਪਾਸ ਕਰ ਦਿੱਤਾ ਗਿਆ, ਬਿਲਕੁਲ ਪਾਸ ਕਰ ਦਿੱਤਾ ਗਿਆ। ਇਸ ਤੇ ਕੋਈ ਬਹਿਸ ਨਾ ਹੋਈ, ਕੁਝ ਨਾ ਹੋਇਆ, ਸਭ ਕੁਝ ਜਿਹੜਾ ਸੀ ਇੱਕ ਪਾਸੜ ਕਾਰਵਾਈ ਨਾਲ ਹੋ ਗਿਆ ਜੀ। ਅਕਾਲੀ ਦਲ ਇਸ ਸਮੇਂ ਤੱਕ ਉਹਨਾਂ ਦਾ ਸਾਥੀ ਬਣਿਆ ਰਿਹਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵੀਡੀਓ ਆਉਂਦੀ ਹੈ ਕਿ ਇਸ ਨੂੰ ਸਮਝੋ, ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨੇ, ਸਾਰੇ ਇਹਨਾਂ ਨੇ ਇਸ਼ਤਿਹਾਰ ਵੀ ਦਿੱਤੇ, ਪਰ ਉਹ ਗੱਲਾਂ ਉਹ ਜਿਹੜੀਆਂ 2-3 ਦਿਨ ਦੀਆਂ ਕੀਤੀਆਂ ਹੋਈਆਂ ਅਕਾਲੀ ਦਲ ਨੂੰ ਇੰਨੀਆਂ ਪੁੱਠੀਆਂ ਪਈਆਂ ਕਿ ਅੱਜ ਤੱਕ ਵੀ ਇਹਨਾਂ ਦੇ ਜਵਾਬ ਦੇਣੇ ਔਖੇ ਹੋਏ ਪਏ ਨੇ। ਇਹ ਉਹਦਾ ਸਿੱਟਾ ਇਹ ਨਿਕਲਿਆ ਕਿ ਅਕਾਲੀ ਦਲ ਤੇ ਜਿਹੜਾ ਭਾਜਪਾ ਉਹਨਾਂ ਦੀ ਵਾਹੀ ਹੋ ਗਈ, ਦੋਨਾਂ ਦੀ ਗੱਠਜੋੜ ਦੀ ਹੋ ਗਈ ਜੀ। ਗੱਠਜੋੜ ਖਤਮ ਹੋ ਗਿਆ ਤੇ ਇੱਥੇ ਕੁਝ ਲੋਕ ਇਹ ਕਹਿੰਦੇ ਨੇ ਕਿ ਭਾਜਪਾ ਨੇ ਇਹਨਾਂ ਨਾਲੋਂ ਨਾਤਾ ਤੋੜ ਲਿਆ। ਇਹ ਸੱਚ ਨਹੀਂ ਹੈ, ਅਕਾਲੀ ਦਲ ਨੇ ਹੀ ਨਾਤਾ ਤੋੜਿਆ ਤੇ ਰਿਜ਼ਾਈਨ ਜਿਹੜਾ ਬੀਬੀ ਹਰਸਿਮਰਤ ਬਾਦਲ ਨੇ ਦਿੱਤਾ, ਇਹ ਗੱਲ ਠੀਕ ਹੈ, ਮੰਨਣੀ ਚਾਹੀਦੀ ਹੈ ਗੱਲ। ਪਰ ਉਸ ਤੋਂ ਬਾਅਦ ਅਕਾਲੀ ਦਲ ਲਗਾਤਾਰ ਜਿਹੜਾ ਹੈ ਪੋਲਿਟਿਕਸ ਦੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਪੈਰ ਜਮ ਨਹੀਂ ਰਹੇ। ਅੱਜ ਵੀ ਉਹਨਾਂ ਨੂੰ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਹੈ ਪੰਜਾਬ ਦੇ ਵਿੱਚ, ਸੱਜੇ ਕੀਤੇ ਕੋਈ ਇਕੱਠੇ ਨਹੀਂ ਹੋਣ ਦਿੰਦਾ, ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਵਾਬ ਦੇਣੇ ਪੈ ਰਹੇ ਨੇ। ਅਕਾਲੀ ਦਲ ਅਜੇ ਤੱਕ ਪੈਰੀ ਨਹੀਂ ਆਇਆ ਸੱਚ ਪੁੱਛੋ ਤੇ ਜੀ, ਭਾਵੇਂ ਪੰਜਾਬ ਵਿੱਚ ਚੋਣਾਂ ਸਿਰ ਤੇ ਨੇ, ਪਰ ਹੁਣ ਜਿਹੜੀ ਗੱਲ ਹੈ ਕਿ ਇਹ ਦੁਬਾਰਾ 9 ਮਾਸ ਦਾ ਰਿਸ਼ਤਾ ਜੁੜ ਸਕਦਾ ਹੈ ਕਿ ਨਹੀਂ। ਭਾਜਪਾ ਦੇ 2-3 ਸੂਬਿਆਂ ਦੇ ਇੰਚਾਰਜ ਦੀ ਅਗਰ ਗੱਲ ਮੰਨ ਲਈਏ, ਦੁਸ਼ਯੰਤ ਗੌਤਮ ਦੀ, ਤੇ ਉਹ ਕਹਿੰਦੇ ਨੇ ਕਿ ਦੇਖੋ ਇਹ ਰਿਸ਼ਤਾ ਦੁਬਾਰਾ ਕਾਇਮ ਹੋ ਸਕਦਾ ਹੈ। ਏਡੀ ਕਿਹੜੀ ਗੱਲ ਹੈ, ਪਹਿਲਾਂ ਸਾਡਾ ਵੱਡਾ ਭਰਾ ਸੀ ਪੰਜਾਬ ਵਿੱਚ ਤੇ ਹੁਣ ਛੋਟੇ ਭਰਾ ਵਜੋਂ ਆ ਜਾਣ। ਤੇ ਜਿਹੜੇ ਪੰਜਾਬ ਮਾਮਲਿਆਂ ਦੇ ਜਿਹੜੇ ਕੌਮੀ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਨਹੀਂ ਹੁਣ ਕੋਈ ਸੰਭਵ ਨਹੀਂ, ਇਹ ਗੱਲ ਜਿਹੜੀ ਹੈ ਇਹ ਅਕਾਲੀ ਦਲ ਨਾਲ ਹੁਣ ਸਾਡੀ ਕੋਈ ਸਾਂਝ ਨਹੀਂ। ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕੈਪਟਨ ਨੂੰ ਲਿਆਇਆ ਜਾ ਸਕਦਾ, ਉਹਨਾਂ ਨਾਲ ਗੱਠਜੋੜ ਹੋ ਸਕਦਾ, ਪਰ ਅਕਾਲੀ ਦਲ ਨਾਲ ਨਹੀਂ ਹੋ ਸਕਦਾ। ਬਿਲਕੁਲ ਅਸ਼ਵਨੀ ਸ਼ਰਮਾ ਨੇ ਇਹੋ ਆਖਿਆ। ਹੁਣ ਜਿਹੜੀ ਗੱਲ ਸੁਖਬੀਰ ਬਾਦਲ ਨੇ ਆਖੀ ਹੈ ਕਿ ਸਮਾਂ ਲੰਘ ਚੁੱਕਾ, ਹੁਣ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਾਂਝ ਨਹੀਂ। ਪਰ ਮੈਂ ਇੱਥੇ ਗੱਲ ਕੁਝ ਕਲੀਅਰ ਕਰਨੀ ਚਾਹੁੰਦਾ, ਇਹਨਾਂ ਸਾਰੇ ਬਿਆਨਾਂ ਦੇ ਵਿੱਚੋਂ ਜੇ ਕਿਸੇ ਦੇ ਬਿਆਨ ਦੀ ਅਹਿਮੀਅਤ ਹੈ ਤੇ ਉਹ ਸਿਰਫ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਹੈ। ਕਾਰਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਸਰਪ੍ਰਸਤ ਨੇ, ਜਿਹੜੀ ਉਹ ਗੱਲ ਕਰਨਗੇ ਉਹ ਉਹਨਾਂ ਕੋਲ ਆਪਣੇ ਸਿਰ ਖੁਦ ਹੋ ਕੇ ਫੈਸਲਾ ਲੈਣ ਦੀ ਤਾਕਤ ਉਹਨਾਂ ਦੇ ਹੱਥ ਵਿੱਚ ਹੈ। JP ਨੱਡਾ ਕੀ ਕਹਿ ਰਹੇ ਨੇ, ਦੁਸ਼ਯੰਤ ਗੌਤਮ ਕੀ ਕਹਿ ਰਹੇ ਨੇ, ਅਸ਼ਵਨੀ ਸ਼ਰਮਾ ਕੀ ਕਹਿ ਰਹੇ ਨੇ, ਇਹ ਹਰਜੀਤ ਗਰੇਵਾਲ ਕੀ ਕਹਿ ਰਹੇ ਨੇ, ਹੋਰ ਜਿੰਨੇ ਸਥਾਨਕ ਭਾਜਪਾ ਦੇ ਆਗੂ ਨੇ ਉਹ ਕੀ ਸੋਚਦੇ ਨੇ ਤੇ ਕੀ ਬਿਆਨ ਦੇ ਰਹੇ ਨੇ, ਇਸ ਸਭ ਕੁਝ ਤੇ ਮਿੱਟੀ ਫਿਰ ਜਾਂਦੀ ਹੈ ਜਦੋਂ ਕੇਂਦਰੀ ਭਾਜਪਾ ਦੀ ਕਮਾਨ ਕਹਿ ਦੇਵੇ ਕਿ ਨਹੀਂ ਭਾਈ ਤੁਸੀਂ ਚੁੱਪ ਰਹੋ, ਜੋ ਅਸੀਂ ਕਰਨਾ ਹੈ ਉਹ ਅੰਦਰ ਖਾਤੇ ਜਿਹੜੀ ਗੱਲ ਹੋਵੇਗੀ ਤੇ ਫਿਰ ਫੈਸਲਾ ਹੋਵੇਗਾ। ਜੇ ਤੁਸੀਂ ਪੁੱਛਦੇ ਹੋ ਹੁਣ ਮੈਨੂੰ ਹਰਪ੍ਰੀਤ ਜੀ ਕਿ ਇਹ ਸਾਂਝ ਦੁਆਰਾ ਪਵੇਗੀ
ਕਿ ਨਹੀਂ ਜੀ ਤੇ ਮੈਂ ਸੁਖਬੀਰ ਬਾਦਲ ਦੇ ਬਿਆਨ ਨੂੰ ਹੀ ਅੱਗੇ ਤੋਰਾਂਗਾ ਦਰਸ਼ਕਾਂ ਤੱਕ ਜੀ ਕਿ ਨਹੀਂ ਪਵੇਗੀ ਜੇ ਸੁਖਬੀਰ ਬਾਦਲ ਕਹਿ ਰਹੇ ਨੇ। ਪਰ ਜੇ ਕੋਈ ਚਾਂਸ ਬਣਦਾ ਹੈ ਤੇ ਇਹ ਅੰਦਰ ਖਾਤੇ ਗੱਲ ਹੋ ਜਾਣੀ ਹੈ। ਜਿਸ ਤਰ੍ਹਾਂ ਰਾਤੋਂ ਰਾਤ ਨਰਿੰਦਰ ਮੋਦੀ ਜੀ ਨੇ ਐਲਾਨ ਕਰ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਨੂੰ ਅਸੀਂ ਰੀਪੀਲ ਕਰਦੇ ਹਾਂ, ਵਾਪਸ ਲੈਂਦੇ ਹਾਂ, ਬਿਲਕੁਲ ਇਸ ਤਰ੍ਹਾਂ ਜਿਹੜੇ ਸਥਾਨਕ ਆਗੂ ਹੈ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਔਰ ਉੱਥੋਂ ਹੁਕਮ ਆ ਜਾਣਾ ਕਿ ਭਾਈ ਸਾਡੀ ਗੱਲ ਬਣ ਗਈ ਹੈ। ਇੱਥੋਂ ਤੱਕ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿੰਨੇ ਸਾਲ ਅਕਾਲੀ ਦਲ ਨਾਲ ਸਾਂਝ ਰਹੀ ਹੈ ਪੰਜਾਬ ਵਿੱਚ ਤੇ 15 ਸਾਲ ਜਿਹੜਾ ਰਾਜ ਪ੍ਰਕਾਸ਼ ਸਿੰਘ ਬਾਦਲ ਦਾ ਰਿਹਾ ਹੈ, ਜੀ ਭਾਰਤੀ ਜਨਤਾ ਪਾਰਟੀ ਨਾਲ ਰਹੀ ਹੈ ਉਹਨਾਂ ਦੇ। ਪਰ ਭਾਰਤੀ ਜਨਤਾ ਪਾਰਟੀ ਦੇ ਆਗੂ ਉਦੋਂ ਵੀ ਸ਼ਿਕਾਇਤਾਂ ਕਰਦੇ ਸਨ, ਸਥਾਨਕ ਸਟੇਜਾਂ ਤੇ ਬੋਲਦੇ ਸਨ ਕਿ ਸਾਨੂੰ ਇਹ ਮਨਜ਼ੂਰ ਨਹੀਂ, ਅਸੀਂ ਇਲੈਕਸ਼ਨਾਂ ਅਗਲੀ ਵਾਰੀ 20-22 ਸੀਟਾਂ ਤੇ ਨਹੀਂ ਲੜਨੀਆਂ, ਅਸੀਂ ਸਾਰਿਆਂ ਤੇ ਅਸੀਂ ਉਮੀਦਵਾਰ ਖੜੇ ਕਰਨੇ ਨੇ, 117 ਦੇ 17 ਸਾਡੇ ਉਮੀਦਵਾਰ ਹੋਣਗੇ। ਹੁਣ ਵੀ ਕਹਿ ਰਹੇ ਨੇ ਗੱਲ 117 ਦੇ ਨਹੀਂ, ਤੁਸੀਂ 117 ਨੂੰ ਛੱਡ ਕੇ ਭਾਵੇਂ ਸਾਰਿਆਂ ਤੇ 2-2 ਵੀ ਖੜੇ ਕਰ ਦਿਓ, ਗੱਲ ਤੇ ਤੁਹਾਡੇ ਜਿਹੜਾ ਪ੍ਰੋਜੈਕਸ਼ਨ ਦੀ ਹੈ। ਖੜੇ ਕਰਨੇ ਨੂੰ ਕੀ ਉਮੀਦਵਾਰ ਹੈ ਕਿ ਇਦਾਂ ਦੇ ਉਮੀਦਵਾਰ ਖੜੇ ਹੁੰਦੇ ਨੇ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ 'ਚ ਰਲਾ ਕੇ 10,000 ਵੋਟ ਨਹੀਂ ਪੈਂਦੀ ਤੇ ਖੜੇ ਤੇ ਹੁੰਦੇ ਹੀ ਨੇ, ਜ਼ਮਾਨਤਾਂ ਜ਼ਬਤ ਹੋਣਗੀਆਂ, ਫਿਰ ਕੀ ਹੋਣਾ। ਪਰ ਗੱਲ ਜਿਹੜੇ ਓਵਰਆਲ ਕੈਲਕੂਲੇਸ਼ਨ ਦੀ ਆਵੇਗੀ ਨਾ, ਸਿੱਖ ਭਾਈਚਾਰੇ ਦੀ ਵੋਟ ਦੀ ਗੱਲ ਆਵੇਗੀ ਕੇਂਦਰੀ ਪੱਧਰ ਤੇ ਜੋ ਕੇਂਦਰੀ ਹਾਈ ਕਮਾਨ ਭਾਜਪਾ ਦੀ ਸੋਚੇਗੀ ਤੇ ਇਧਰ ਅਕਾਲੀ ਦਲ ਦੀ ਜਿਹੜੀ ਸਰਪ੍ਰਸਤੀ ਹੈ ਉਹ ਸੋਚੇਗੀ, ਉਹ ਫੈਸਲਾ ਹੋਵੇਗਾ। ਜਿਹੜੇ ਆ ਦੂਸਰੇ ਤੀਸਰੇ ਲੀਡਰ ਨੇ ਇਹਨਾਂ ਦੇ ਕਹਿਣ ਤੇ ਕਿਸੇ ਨੇ ਗੱਲ ਨਹੀਂ ਮੰਨਣੀ।